सो हैलो स्टूडेंट्स, ਅੱਜ ਜਿਹੜਾ ਆਪਣਾ ਲੈਕਚਰ ਹੈਗਾ ਇਹ ਤੁਹਾਡੇ ਕੋਲ ਉਹ ਲੈਕਚਰ ਹੈ ਰੈਂਡਮ ਵੇਰੀਏਬਲ ਦੀ ਟਾਈਪਸ ਤੇ। ਠੀਕ ਹੈ ਜੀ, ਆਪਾਂ ਨੇ ਟਾਈਪ ਪਿਛਲੇ ਲੈਕਚਰ ਦੇ ਵਿੱਚ ਟਾਈਪ ਤਾਂ ਡਿਫਾਈਨ ਕਰ ਲਈਆਂ ਸੀਗੀਆਂ। ਤੁਹਾਡੇ ਕੋਲ ਜਿਹੜਾ ਹੈਗਾ ਹੈ ਬਈ ਇੱਕ ਰੈਂਡਮ ਵੇਰੀਏਬਲ ਹੁੰਦਾ, ਇੱਕ ਡਿਸਕਰੀਟ ਰੈਂਡਮ ਵੇਰੀਏਬਲ ਹੁੰਦਾ ਤੇ ਇੱਕ ਕੰਟੀਨਿਊਸ ਰੈਂਡਮ ਵੇਰੀਏਬਲ ਹੁੰਦਾ। ਇਹ 19 ਦਾ ਬੀ ਹੈਗਾ ਤੁਹਾਡੇ ਕੋਲ। ਥਿਊਰੀ ਮੈਂ ਲਿਖੀ ਹੋਈ ਹੈ ਬਟ ਬਿਲਕੁਲ ਟੂ ਦੀ ਪੁਆਇੰਟ ਥਿਊਰੀ ਲਿਖੀ ਹੋਈ ਹੈ। ਅੱਛਾ ਜੀ, ਹੁਣ ਕੀ ਹੋਇਆ ਤੁਹਾਡੇ ਕੋਲ ਜਿਹੜਾ ਹੈਗਾ ਹੈ ਆਪਾਂ ਨੇ ਕਿਹਾ ਕਿ ਜੇ ਡਿਸਕਰੀਟ ਰੈਂਡਮ ਵੇਰੀਏਬਲ ਹੋਵੇ ਤਾਂ ਅਸੀਂ ਗਣੀਆਂ ਚੁਣੀਆਂ ਵੈਲਿਊਜ਼ ਲੈਂਦੇ ਹਾਂ, ਅਤੇ ਜੇ ਆਪਣੇ ਕੋਲ ਜਿਹੜਾ ਹੈਗਾ ਹੈ ਤੁਹਾਡੇ ਕੋਲ ਕੰਟੀਨਿਊਸ ਰੈਂਡਮ ਵੇਰੀਏਬਲ ਹੋਵੇ ਤਾਂ ਅਸੀਂ ਜਿਹੜਾ ਹੈਗਾ ਉਸ ਕੇਸ ਦੇ ਵਿੱਚ ਆਪਾਂ ਇੰਟੀਗ੍ਰੇਸ਼ਨ ਯੂਜ਼ ਕਰਦੇ ਹਾਂ। ਇਹ ਆਪਾਂ ਟਰਮੀਨੋਲੋਜੀ ਯੂਜ਼ ਕਰ ਚੁੱਕੇ ਹਾਂ। ਅੱਛਾ, ਹੁਣ ਇੱਕ ਵਰਡ ਆ ਰਿਹਾ ਪ੍ਰੋਬੇਬਿਲਿਟੀ ਮਾਸ ਫੰਕਸ਼ਨ। ਠੀਕ ਹੈ ਜੀ, ਪ੍ਰੋਬੇਬਿਲਿਟੀ ਮਾਸ ਫੰਕਸ਼ਨ। ਇਸ ਚੀਜ਼ ਦਾ ਬੜਾ ਖਿਆਲ ਰੱਖਣਾ। ਪ੍ਰੋਬੇਬਿਲਿਟੀ ਮਾਸ ਫੰਕਸ਼ਨ ਪਹਿਲੀ ਗੱਲ ਯੂਜ਼ ਕਿੱਥੇ ਹੁੰਦਾ, ਜਿੱਥੇ ਵੀ ਰੈਂਡਮ ਵੇਰੀਏਬਲ ਆਏਗਾ। ਔਰ ਰੈਂਡਮ ਵੇਰੀਏਬਲ ਦੀ ਪਹਿਚਾਣ ਕੀ ਰਹੇਗੀ ਤੁਹਾਡੇ ਕੋਲ, ਬਿਲਕੁਲ ਬਿਨਾਂ ਟੈਨਸ਼ਨ ਪਹਿਚਾਣ ਰਹਿਣੀ ਹੈ ਜੀ। ਉਹ ਨਾ i ਇਜ਼ ਇਕਲ ਟੂ 1 2 3 n ਇਜ਼ ਇਕਲ ਟੂ 1 2 3, ਜਿੱਥੇ ਤੁਸੀਂ 1 2 3 4 ਵੈਲਿਊਜ਼ ਲੈਂਦੇ ਹੋ 5 6 7 ਲੈ ਲਓ। ਜਦੋਂ ਤੁਹਾਡੀ ਇਹ ਤੁਹਾਡੀਆਂ ਡਿਸਕਰੀਟ ਵੈਲਿਊਜ਼ ਹੈ। ਕੰਟੀਨਿਊਟੀ ਤਾਂ ਹੁੰਦਾ ਨਾ 1 ਤੋਂ ਲੈ ਕੇ 7 ਇੰਟਰਵਲ 'ਚ, ਕੰਟੀਨਿਊਟੀ ਹਮੇਸ਼ਾ ਇੰਟਰਵਲ 'ਚ ਦਿੱਤੀ ਹੋਊਗੀ। ਸੋ ਇਹ ਪ੍ਰੋਬੇਬਿਲਿਟੀ ਮਾਸ ਫੰਕਸ਼ਨ ਹੈ। ਔਰ ਜਿਹੜੀ ਐਕਸਰਸਾਈਜ਼ ਪ੍ਰੀਸਾਈਜ਼ ਵਿੱਚ ਹੈ ਨਾ ਉਹ PDF ਲਿਖੀ ਜਾਂਦਾ ਪ੍ਰੋਬੇਬਿਲਿਟੀ ਡੈਂਸਿਟੀ ਫੰਕਸ਼ਨ। ਸੋ ਪ੍ਰੋਬੇਬਿਲਿਟੀ ਡੈਂਸਿਟੀ ਫੰਕਸ਼ਨ ਰੋਂਗ ਵੇ ਹੈ ਇਸ ਚੀਜ਼ ਨੂੰ ਡਿਫਾਈਨ ਕਰਨ ਦੀ। ਠੀਕ ਹੈ ਜੀ, ਮੈਂ ਬੁੱਕ ਦੇਖੀ ਹੈ ਤੁਹਾਡੀ, ਤਾਂ ਉਹ PDF ਲਿਖਦਾ ਪ੍ਰੋਬੇਬਿਲਿਟੀ ਡੈਂਸਿਟੀ ਫੰਕਸ਼ਨ। ਤਾਂ ਅਗਰ ਡਿਸਕਰੀਟ ਵੇਰੀਏਬਲ ਹੈ ਡੈਂਸਿਟੀ ਉਹਦੇ ਲਈ ਯੂਜ਼ ਹੋ ਹੀ ਨਹੀਂ ਸਕਦਾ। ਮਤਲਬ ਮੇ ਵੀ ਤੁਹਾਡੇ ਕੋਲ ਨਵੀਂ ਕਿਤਾਬ ਹੋਵੇ, ਮੋਡੀਫਾਈ ਹੋਵੇ, ਮੈਂ ਉਸ ਚੀਜ਼ ਦਾ ਨਹੀਂ ਕਰਦਾ, ਬਟ ਪੁਰਾਣੀ ਕਿਤਾਬ ਹੈ ਜਿਹੜੀ ਤੁਹਾਡੇ ਕੋਲ ਉਸ ਵਿੱਚ ਗਲਤੀ ਹੈ। ਸੋ ਜੇ ਬਾਈ ਚਾਂਸ ਤੁਹਾਡੇ ਕੋਲ ਉੱਦਾਂ ਦੀ ਹੈ ਜਾਂ ਨਵੀਂ ਵੀ ਗਲਤ ਦੇ ਰਹੀ ਹੈ ਤਾਂ ਥੋੜ੍ਹਾ ਜਿਹਾ ਦੇਖ ਲੈਣਾ। ਅਗਰ ਡਿਸਕਰੀਟ ਹੈ ਤਾਂ ਸ਼ਿਓਰਲੀ ਜਾਂ ਤਾਂ ਉਹਦੇ ਲਈ ਪ੍ਰੋਬੇਬਿਲਿਟੀ ਡਿਸਟਰੀਬਿਊਸ਼ਨ ਯੂਜ਼ ਹੋਏਗਾ ਵਰਡ, ਠੀਕ ਹੈ ਜੀ, ਜਾਂ ਉਹਦੇ ਲਈ ਪ੍ਰੋਬੇਬਿਲਿਟੀ ਮਾਸ ਫੰਕਸ਼ਨ ਹੋਏਗਾ। ਗੱਲ ਖਤਮ ਹੈ, ਤੀਜੀ ਚੀਜ਼ ਨਹੀਂ ਯੂਜ਼ ਹੁੰਦੀ। ਠੀਕ ਹੋ ਗਿਆ ਜੀ। ਹੁਣ ਬੜੇ ਧਿਆਨ ਨਾਲ ਦੇਖਣਾ ਕਿਉਂਕਿ ਮੈਂ ਪਹਿਲਾਂ ਜਿਹੜਾ ਕਰਤਾ ਸੀਗਾ ਤੁਹਾਡੇ ਕੋਲ ਲੈਕਚਰ ਆਪਾਂ ਨੇ ਜਿਹੜਾ ਹੈਗਾ ਹੈ, ਹੁਣ ਆਪਾਂ ਸਿਰਫ ਇਹ ਦੇਖੀਏ ਕਿ ਅਗਰ ਮੇਰੇ ਪਾਸ ਰੈਂਡਮ ਵੇਰੀਏਬਲ ਹੈ, ਰੈਂਡਮ ਵੇਰੀਏਬਲ ਦੀ ਡੈਫੀਨੇਸ਼ਨ ਮੈਂ ਦਿੱਤੀ ਹੋਈ ਹੈ, ਤਾਂ ਮੇਰੇ ਪਾਸ ਅਗਰ ਰੈਂਡਮ ਵੇਰੀਏਬਲ ਹੈ, ਆਪਾਂ ਬਹੁਤ ਸਾਰੇ ਕੁਐਸਚਨ ਕਰ ਲਏ, ਬਹੁਤ ਸਾਰੇ ਕਰਾਂਗੇ। ਸੋ ਰੈਂਡਮ ਵੇਰੀਏਬਲ ਹੈ ਤਾਂ ਉਹਦੇ ਕੋਰਸਪੋਂਡਿੰਗ ਰੈਂਡਮ ਵੇਰੀਏਬਲ ਬੇਸਿਕਲੀ ਕੀ ਹੁੰਦਾ, ਐਕਸ ਦੀਆਂ ਵੈਲਿਊਜ਼ ਹੁੰਦੀਆਂ ਨੇ ਤੁਹਾਡੇ ਕੋਲ, ਨੂਮੈਰੀਕਲ ਵੈਲਿਊਜ਼। ਠੀਕ ਹੈ, ਸੈਂਪਲ ਸਪੇਸ ਤੋਂ ਵਿੱਚੋਂ ਲਈਆਂ ਹੋਈਆਂ, ਆਧਾ ਪੌਣਾ ਨਹੀਂ ਹੁੰਦਾ, ਨੂਮੈਰੀਕਲ ਵੈਲਿਊਜ਼ ਹੁੰਦੀਆਂ ਨੇ, ਉਹਦੇ ਕੋਰਸਪੋਂਡਿੰਗ ਪ੍ਰੋਬੇਬਿਲਿਟੀ ਹੁੰਦੀ ਹੈਗੀ ਹੈ ਤੁਹਾਡੇ ਕੋਲ। ਇਹਦਾ ਮਤਲਬ ਕੀ ਹੈਗਾ ਤੁਹਾਡੇ ਕੋਲ, ਜਦੋਂ ਅਸੀਂ ਫੰਕਸ਼ਨ ਡਿਫਾਈਨ ਕਰਨਾ ਪ੍ਰੋਬੇਬਿਲਿਟੀ ਮਾਸ ਫੰਕਸ਼ਨ, ਤਾਂ ਉਹ ਹੁੰਦਾ ਬਈ ਐਕਸ ਦੀ ਜਿਹੜੀ ਪ੍ਰੋਬੇਬਿਲਿਟੀ ਆਈ ਹੈ ਇਸ ਨੂੰ ਫੰਕਸ਼ਨ ਨਾਲ ਰਿਪਰਜੈਂਟ ਕਰਨਾ। ਮਾਨੇ ਐਕਸ ਦੇਖੋ ਆ ਐਕਸ ਹੈ, ਉਹਦੀ ਪਾਰਟੀਕੂਲਰ ਵੈਲਿਊ ਆ ਹੈ, ਇਸ 'ਤੇ ਪ੍ਰੋਬੇਬਿਲਿਟੀ ਆ ਹੈ, ਤਾਂ ਸੇਮ ਨੋਟੇਸ਼ਨ ਆ ਵਾਲੀ ਹੈ। ਤੁਸੀਂ ਇਸ ਨੂੰ ਬੜੇ ਧਿਆਨ ਨਾਲ ਦੇਖੋ, ਤੁਸੀਂ ਦੇਖੋਗੇ ਕਿ ਇਸ ਨੋਟੇਸ਼ਨ 'ਚ ਕੋਈ ਵੀ ਫਰਕ ਨਹੀਂ ਹੈ। ਪ੍ਰੋਬੇਬਿਲਿਟੀ ਹੈ ਕਿਤੇ ਖਾਸ 'ਤੇ, ਉਹ ਪ੍ਰੋਬੇਬਿਲਿਟੀ ਦੀ ਵੈਲਿਊ ਦਿੱਤੀ ਹੋਈ ਹੈ। ਉਸ ਪ੍ਰੋਬੇਬਿਲਿਟੀ ਨੂੰ ਜਿੱਥੇ P ਲਿਖਦੇ ਸੀ ਉੱਥੇ f(x k) ਲਿਖ ਦਿੱਤਾ। ਇੱਥੇ ਸੀਗਾ ਕਿ ਕਿਸੇ ਰੈਂਡਮ ਵੇਰੀਏਬਲ ਦੀ ਵੈਲਿਊ 'ਤੇ ਪ੍ਰੋਬੇਬਿਲਿਟੀ ਆਹ ਹੈ, ਤਾਂ ਉਹ f(x k) ਲਿਖ ਦਿੱਤਾ ਤੁਹਾਡੇ ਕੋਲ। ਉਹਨੂੰ ਬਸ ਇੰਨੀ ਕੁ ਚੀਜ਼ ਹੈਗੀ ਹੈ। ਮੀਨਸ ਆਪਾਂ ਜਦੋਂ ਪਹਿਲਾਂ ਲਿਖਦੇ ਸੀ ਆਪਾਂ ਇਹੀ ਕਹਿੰਦੇ ਹਾਂ ਤੁਹਾਡੇ ਕੋਲ, ਅਗਰ ਮੈਂ ਇਸ 'ਤੇ ਜਿੱਥੇ ਮੈਂ ਹੱਥ ਧਰਿਆ ਹੋਇਆ ਇੱਥੇ ਤੁਹਾਡੇ ਕੋਲ ਇਹ ਲਿਖ ਪਹਿਲਾਂ ਲਿਆ ਸੀ, ਹੁਣ ਉਹਦੇ ਉੱਤੇ ਮੋਬਾਈਲ ਵਾਲੇ ਕੈਮਰੇ 'ਤੇ ਆ ਨਹੀਂ ਰਿਹਾ ਹੈਗਾ ਤੁਹਾਡੇ ਕੋਲ। ਕਈ ਵਾਰ ਬੰਦਾ ਪਹਿਲਾਂ ਸੌਖੀ ਥਿਊਰੀ ਲਿਖ ਲੈਂਦਾ ਅਤੇ ਕਾਪੀ ਐਕਸਪੈਂਡ ਕਰ ਲੈਂਦਾ, ਉਹ ਫਿਰ ਬਾਅਦ 'ਚ ਤੁਹਾਨੂੰ ਕੈਮਰੇ ਨੀਚੇ ਐਡਜਸਟ ਕਰਨੀ ਮੁਸ਼ਕਿਲ, ਇਸ ਕਰਕੇ ਕਾਪੀ ਹਿੱਲ ਰਹੀ ਹੈ। ਤਾਂ x1 ਦੀ ਵੈਲਿਊ ਜਿਹੜੀ ਹੈਗੀ ਹੈ ਤੁਹਾਡੇ ਕੋਲ, x1 ਦੀ P1 ਹੈ, ਐਟ x1 ਹੈ ਤੁਹਾਡੀ ਵੈਲਿਊ P1 ਹੈ, ਉਹਨੂੰ f(x1) ਕਹਿ ਦੇਣਾ। ਠੀਕ ਹੈ, ਐਟ x2 ਹੈ, ਐਟ x2 ਹੈ ਤੁਹਾਡੀ ਵੈਲਿਊ P2 ਹੈ, ਉਹਨੂੰ f(x2) ਕਹਿ ਦੇਣਾ। ਅਤੇ ਇਨ ਜਰਨਲ ਜੇ ਤੁਹਾਡੀ ਵੈਲਿਊ x ਹੈ ਤਾਂ f(x) ਆਪਾਂ ਲਿਖ ਲੈਂਦੇ ਹਾਂ। ਠੀਕ ਹੈ ਜੀ, ਤਾਂ ਮਤਲਬ ਤੁਹਾਡੇ ਕੋਲ ਜਿਹੜਾ ਹੈਗਾ ਹੈ ਉਹੀ ਹੈ ਕਿ ਪ੍ਰੋਬੇਬਿਲਿਟੀ ਦੀ ਰਿਪਰਜੈਂਟੇਸ਼ਨ ਹੀ ਫੰਕਸ਼ਨ ਨਾਲ ਕੀਤੀ ਹੋਈ ਹੈ, ਜਿੱਥੇ ਨਾ ਹੋ ਸਕੇ ਉੱਥੇ ਤੁਹਾਡਾ 0 ਆ ਜਾਏਗਾ। ਠੀਕ ਹੈ, ਪੂਰੀ ਤਰ੍ਹਾਂ ਤੁਹਾਨੂੰ ਨਹੀਂ ਕਲੀਅਰ ਹੋਏਗਾ, ਕੋਈ ਗੱਲ ਨਹੀਂ, ਆਪਾਂ ਐਗਜ਼ਾਮਪਲ ਲੈ ਲਾਂਗੇ ਐਂਡ ਵਿੱਚ ਜਾ ਕੇ ਤੁਹਾਡੇ ਕੋਲ। ਠੀਕ ਹੈ ਜੀ, ਸੋ ਇਹ ਵਾਲੀ ਚੀਜ਼ ਹੋ ਗਈ ਜੀ ਤੁਹਾਡੇ ਕੋਲ। ਸੋ ਆਹ ਸਾਰੀ ਚੀਜ਼ ਆਪਾਂ ਨੇ ਦੇਖ ਲਈ। ਠੀਕ ਹੈ, ਹੁਣ ਆਪਾਂ ਅੱਗੇ ਚੱਲੇ ਗਏ। ਆਹ ਸ਼ਾਇਦ ਤੁਹਾਨੂੰ ਜ਼ਿਆਦਾ ਸਮਝ ਆ ਜਾਏ। P1 x2 P3 ਇਹ ਆਰਡਰ ਪੇਅਰ ਪ੍ਰੋਬੇਬਿਲਿਟੀ ਡਿਸਟਰੀਬਿਊਸ਼ਨ ਹੁੰਦੀ ਹੈ। ਇਹਨੂੰ P1 ਨੂੰ ਹਟਾ ਕੇ ਉੱਥੇ f(x1) ਪਾ ਦਿਓ, x1, f(x1), ਮਤਲਬ ਪ੍ਰੋਬੇਬਿਲਿਟੀ ਨੂੰ ਇੱਕ ਫੰਕਸ਼ਨ ਨਾਲ ਰਿਪਰਜੈਂਟ ਕਰਨਾ, ਗੱਲ ਖਤਮ ਹੈ। ਇਹਨੂੰ ਆਪਾਂ ਡਿਸਟਰੀਬਿਊਸ਼ਨ ਕਹਿੰਦੇ ਹਾਂ। ਅਤੇ ਇਹਦੀਆਂ ਦੋ ਪ੍ਰੋਪਰਟੀਆਂ ਹੈ ਜਿਹੜੀਆਂ, ਪ੍ਰੋਬੇਬਿਲਿਟੀ ਮਾਸ ਫੰਕਸ਼ਨ ਕਹਿਣਾ, ਖਿਆਲ ਰੱਖਣਾ
ठीक है। प्रोबेबिलिटी डेंसिटी नहीं कहना, डेंसिटी कवांगे, मैं नहीं कह रहा डेंसिटी वर्ड नहीं होंगे, डेंसिटी कवांगे बट कॉन्टीन्यूस वाले क्वेश्चन च कवांगे ना, ठीक है। तो डिस्क्रीट वाले दे विच आपां डेंसिटी वर्ड नहीं यूज़ कर सकते, तो इस चीज़ का जिहड़ा हैगा आपां ने ख्याल रखना हैगा तुहाडे कोल। ठीक हो गया जी। सो इत्थे आपां नूं पता लग गया तुहाडे कोल जिहड़ा हैगा ते इहदियां दो प्रॉपर्टियां श्योरली होणगियां, क्योंकि एफ देखो ध्यान नाल सुनो, क्योंकि एफ एक्स प्रोबेबिलिटी नूं रिप्रजेंट कर रहा है, जो प्रोबेबिलिटी नूं रिप्रजेंट कर रहा है देयरफॉर प्रोबेबिलिटी पॉजिटिव या जीरो होंदी है, दूजी सारियां प्रोबेबिलिटियां दा जोड़ ऑलवेज 1 हुंदा है। इहदा मतलब एफ एक्स एक फंक्शन जिहड़ा हैगा आपां डिफाइन कीता, ठीक है, तो एक्स ते उहदे कोरसपोंडिंग आपां आह वालियां वैल्यूज़ जिहड़ियां हैगियां तुहाडे कोल आपां लिख लांगे। सो आ चीज़ मेरी तुसी नोट कर लैनी हैगी है तुहाडे कोल। सो आ वाला जिहड़ा हैगा बड़ा ठीक ठाक हिसाब किताब हैगा, ठीक है जी। सो आपां चलीए जी अगे तुहाडे कोल, जदों आपां अगे चले गए तुहाडे कोल, ठीक है, तो अगे आ गया डिस्ट्रीब्यूशन फंक्शन या इतने प्रोबेबिलिटी डिस्ट्रीब्यूशन नहीं लिखा, डिस्ट्रीब्यूशन फंक्शन या कमुलेटिव, बैटर वर्ड हमेशा कमुलेटिव डिस्ट्रीब्यूशन फंक्शन होंदा हैगा। पर अगर डिस्ट्रीब्यूशन फंक्शन कल्ला भी आ गया तो भी तुसी जिहड़ा हैगा ख्याल रखना हैगा कि डिस्ट्रीब्यूशन फंक्शन कल्ला भी आ गया। सो इस फंक्शन नूं आपां ने किस तरह एडजस्ट करना हैगा तुहाडे कोल, कमुलेटिव डिस्ट्रीब्यूशन फंक्शन, ठीक है जी। तो जदों आपां ने तुहाडे कोल जिहड़ा हैगा ये करना है तो ये आपां ने की करना हैगा तुहाडे कोल, ठीक है। तो कमुलेटिव फ्रीकुएंसी तुसी पढ़ी सी, उस पहली आइटम होंदी सी, जदों आपां दूजी आइटम लैंदे सी पिछली जुड़ जाती सी, जदों तीजी लैंदे सी पिछलियां दो जुड़ जांदियां सी, चौथी लैंदे सी पिछलियां, कमुलेटिव फ्रीकुएंसी तुसी पढ़ी हुई है। तो सेम स्टोरी है जी, कमुलेटिव डिस्ट्रीब्यूशन फंक्शन या कल्ला डिस्ट्रीब्यूशन। कल्ला डिस्ट्रीब्यूशन फंक्शन दे विच की एक कैपीटल एफ लिखा है जी, ਉਹਦੇ ਵਿੱਚ ਸਮੇਸ਼ਨ ਚਾਹੀਦਾ ਮੈਨੂੰ ਆਲ ਪਰਮਿਸਿਬਲ ਵੈਲਿਊਜ਼ ਆਫ एक्स ਤੇ एक्स कोई एक्स तो छोटियां वैल्यूज़ जिन्नियां होणगियां ਜਾਂ इक्वल एक्स होणगियां ਉਹਦੇ ਤੇ फंक्शन ਦਾ जोड़ चाहिए। आ नोटेशन च भी कुछ नहीं गा, ਇਹ ਕਹਿੰਦਾ फंक्शन ਦੇ ਕੋਰਸਪੋਂਡਿੰਗ प्रोबेबिलिटी है, ठीक है। ਤੁਹਾਡਾ ਜਿਹੜਾ वेरीएबल है वो लैस दैन इक्वल टू एक्स हैगा है, तो ये समेशन ਦੇ ਵਿੱਚ लिखिया। सो इत्थों खैर कुछ नहीं पता लगता, ਉਹਨੂੰ ਤੋੜ ਕੇ देखिए। ਤੁਹਾਡਾ पहला वेरीएबल -इनफिनिटी तो x1 तक, x1 ਤੁਹਾਡੀ फस्ट वैल्यू, ये तो फंक्शन डिफाइन ही नहीं रहना। फिर x1 लेना तुसी, x2 तक का एफ ऑफ x1 लेना, फिर तुसी 2 ले लिया तो 1 वाली तो 0 वाली भी आऊगी। सो जुड़ गई। जे तुसी n तक लैंदे हो तो पिछलियां सारियां जिहड़ियां हैगियां तुहाडे कोल ऐड होके आ जांदियां। तो ये तुहाडा फंक्शन है, तो मेरा ख्याल नहीं इत्थों समझ आने च दिक्कत हैगी है, पर मैं एक न्यूमेरिकल एग्जाम्पल लैना तो जो तुहानूं ये चीज़ बिल्कुल क्लैरीफाई हो जाए, क्योंकि थोरैटिकल लिखना थोड़ा जिहा ऑड जिहा लगदा है तुहाडे कोल, क्योंकि इत्थों ना आपां नूं पहलां तां आही दिक्कत होई जांदी है, अरे यू क्या होएगा। आप ऐ क्या ना कि एक्स की वैल्यू जिहड़ी हैगी यू तो वड्डी या इक्वल, ਇਹਦਾ मतलब छोटा एक्स की है, छोटा एक्स कैपीटल एक्स दियां वैल्यूज़ नूं रिप्रजेंट करता है। मतलब जे मैं बड़ा एक्स पाना वो नीचे x1 x2 x3 x4 पाना वा, जो आप ऐ कहने भी मैं बड़ा एक्स लिखिया रैंडम वेरीएबल, तो वो नीचे की पाने x1 x2 x3 अप टू xn, ਇਹਦਾ मतलब ये थोड़ा छोटा एक्स है, ठीक है। ਉਹਦੇ ਕੋਰਸਪੋਂਡਿੰਗ ਤੁਸੀਂ प्रोबेबिलिटी निकालते हो, वो थोड़ा एफ ऑफ x1 है, एड्डी क गल है। तुहाडे कोल p2 निकालोगे वो एफ ऑफ x2 है, इन्नी क गल है। आपां नूं हुण ये तो समझ आ ही गई तुहाडे कोल जिहड़ी हैगी है कॉमुलेटिव, मैंने पिछली जोड़ जोड़ के आई जाऊगा। सो मैं एग्जाम्पल लैना जी, इस एग्जाम्पल नूं बहुत ही ध्यान नाल देखना, ठीक है। मैं लिख लिख के नाल दसदा वां तुहाडे कोल जिहड़ा हैगा। तो इस केस दे विच जिहड़ा आपां क्वेश्चन करना, कहंदा कि एक कॉइन हैगा जी, उहनूं ट्वाइस आपां टॉस करदे हैगे आ तुहाडे कोल, ठीक है जी। तो उन्होंने आप ट्वाइस टॉस किया अगर, ठीक है, तो जोड़ा है कोई रैंडम वेरीएबल भी आप रिप्रजेंट करांगे, तो रैंडम वेरीएबल आप नंबर ऑफ हैड्स कर लिया तुहाडे कोल। चलो हुण जदों आप सैंपल स्पेस नूं रैंडम वेरीएबल असाइन करना हुंदा, हैड हैड आऊगी, टेल टेल आऊगी, टेल हैड आऊगी, हैड टेल आऊगी, ठीक है जी। सो ये आ गया। तो यदा मतलब तुसी रैंडम वेरीएबल नूं वैल्यूज़ की असाइन करोगे, नंबर ऑफ हैड्स, हो सकता तुहाडा हैड आवे ही ना, हाँ जी बिल्कुल हो सकता जी तुहाडा हैड ना आवे। जे तुहाडा हैड ना आवे, ये थोड़ी x1 रहेगी जी, तो इत्थे थोड़ी p1 आ जाएगी, p1 ਉਹਦੇ कोरसपोंडिंग प्रोबेबिलिटी की होएगा, दो टेल आ जाएगियाँ। खैर इस चीज़ से तो मैं थोड़ी बहुत ज़्यादा प्रैक्टिस कराती, तो ये इत्थे x2 आ गया, x2 x मतलब वेरीएबल ने तुहाडे 1 वैल्यू लई, नंबर ऑफ हैड्स 1 आईयां, तो प्रोबेबिलिटी तुहाडी की आ गई 2/4 आ गई। फिर x3 ने वैल्यू की लई 2, ठीक है। तो फिर इत्थे थोड़े को p3 कौन आया प्रोबेबिलिटी, जो दोनों हैड्स आ गई तो ये 1/4 आ गई।
ਇਹ ਕੁਐਸਚਨ 'ਚ ਐਫ ਆਫ ਐਕਸ 1 ਬਣੇਗੀ, ਇਹ ਕੁਐਸਚਨ 'ਚ ਐਫ ਆਫ ਐਕਸ 2 ਬਣੇਗੀ, ਇਹ ਕੁਐਸਚਨ 'ਚ ਐਫ ਆਫ ਐਕਸ 3 ਬਣੇਗੀ। ਐਟਲੀਸਟ ਹੁਣ ਤੁਹਾਨੂੰ ਇਸ ਟਾਈਮ ਇਹ ਪ੍ਰੋਬੇਬਿਲਿਟੀ ਡਿਸਟਰੀਬਿਊਸ਼ਨ ਫੰਕਸ਼ਨ ਹੈ, ਆਪਾਂ ਕਮੂਲੈਂਟ ਡਿਸਟਰੀਬਿਊਸ਼ਨ ਕੱਢਣਾ ਹੈ। ਸੋ ਪ੍ਰੋਬੇਬਿਲਿਟੀ ਡਿਸਟਰੀਬਿਊਸ਼ਨ ਫੰਕਸ਼ਨ ਇਸ ਨੂੰ ਆਪਾਂ ਕਹਿੰਦੇ ਹਾਂ, ਵਰਡ ਹੈ ਪ੍ਰੋਬੇਬਿਲਿਟੀ डिस्ट्रीब्यूशन फंक्शन, क्योंकि प्रोबेबिलिटी डिस्ट्रीब्यूशन फंक्शन इज द फंक्शन इज कलैक्शन ऑफ दीज पेयर्स, ऑर्डर्ड पेयर्स, ये ऑर्डर्ड पेयर की कलैक्शन होंगी है। तो कला डिस्ट्रीब्यूशन फंक्शन या कॉमूलेंट डिस्ट्रीब्यूशन जोड़ा होंदा हैगा वो एडिशन पिछों लैके चलता है। हुण सिंपल जी गल है, हुण मैं रूल लिखना है, मैनू चाहिए कैपीटल एक्स कॉमूलेंट। ओके, कॉमूलेंट लैन लई सब तो पहली एंट्री की लिखी दी है, तुसी एक एक्स लिखी दा माइनस इनफिनिटी, फस्ट एंट्री तो छोटा, फस्ट एंट्री तो छोटा आ लो ना, आ पहली x1 तो छोटा, x1 तो छोटा लेना। x1 साडा कौन आया सी जी 0, ਇਹਦਾ मतलब 0 तो छोटा, 0 तो छोटी किसी वैल्यू तो साढ़े को आंसर नहीं गा, आंसर तो साढ़े को 0 तो है, तो यदा मतलब इस चीज़ को मैं 0 कह दिता। ठीक है जी, हो गया जी, 0 तो छोटा, इसनों मैं 0 कह दिता। तो इस 0 के लिए कोई एफ ऑफ x1 तो नहीं है ना, क्योंकि अपन वैल्यू ही नहीं ली। अगले स्टैप आप पहली वैल्यू लैनी है, पहली वैल्यू किहड़ी है, रैंडम वेरीएबल की 0। रैंडम वेरीएबल जिहड़ा है डिस्क्रीट वाला सिर्फ 0 लै रहा है, 1 तो 0 के अद्धी पौनी तो इन्हें कोई वैल्यू लैनी होनी गी, सिर्फ 0 लै रहा है। पिछे डेफिनेशन तो सिर्फ आंसर एफ ऑफ x1 आऊगा। तो एफ ऑफ x1 तो क्वेश्चन च कौन है जी, 1/4 है जी तुहाडे कोल। ठीक है जी, ਇਹਦਾ नाम भी असी एफ ऑफ x1 रख लैंने। हो गई जी, अगले स्टैप ਆਪਾਂ ने की करना है, आपने आह वाला इनकलूड करना है, तो अगला रैंडम वेरीएबल जोड़ा है वो तो छोटा रखना है। रैंडम वेरीएबल हमेशा 1 2 3 वाली फॉर्म 'च होने ने, अद्धे पौने तो होने नहीं गे। ठीक है जी, ਇਹਦਾ मतलब की होया, ਇਹਦਾ मतलब होया कि मेरा हुणे अगला रैंडम वेरीएबल आ गया। माने जदों मैं स्कीम लिख रहा सी तो इत्थे मैं x1 तो छोटा कहा सी, उरे मैं x1 आ गया, ये मेरा x2 आ गया, उरे मेरा x2 आ गया, उरे मेरा x3 आ गया। ठीक है जी, हुण जदों x1 ऑलरेडी गुजर चुके हैं, हुण तुसी वैल्यू किते लैनी 1 ते, पर कॉमूलेंट है पिछला नाल लैके चलना, तो इसका आंसर एफ ऑफ x1 तो एफ ऑफ x2 आएगा। 1 तो 1/4 आई सी, 2 तो 2/4 आ गई, तो आंसर आ गया 3/4। हुण अगे जावांगे, उदों तक जाइदा जब तक 1 नहीं आ जाता, तो अगले विच नाले 2 इनकलूड होगा, तो ही जब तक अपना सौदा पूरा इनकलूड नहीं हो जाता। जे 3 वैल्यूज़ ने, तीनों इनकलूड चाहिए, 0 भी इनकलूड चाहिए, 1 भी इनकलूड चाहिए, 2 भी इनकलूड चाहिए। ठीक है जी, सो अगर आ वाली वैल्यू है, सो ये वाली होगी जी, हुणे 3 तो छोटी। हुण 2 ते भी वैल्यू लैनी है, पिछलियां नाल लैनियां ने, सिंपल जी गल है तुहाडे कोल। ठीक है जी, हुण जिहड़ी 2 ते वैल्यू आती है तो ना असीं x3 रखा हुआ है। ठीक है, क्योंकि 2 साडा x3 वेरीएबल सी, तो इसका मतलब आंसर आ गया x1 एफ ऑफ x2 प्लस एफ ऑफ x3। तो इसका मतलब की होया, इसका मतलब है 1/4 2/4 तो 1/4, ये आंसर तुहाडा क्या हो गया, आंसर तुहाडा 1 हो गया तुहाडे कोल। ठीक हो गया जी, सो ये वैल्यू सानू समझ आ गई। एटलीस्ट मैनू लगता है कि इस एग्जाम्पल तो तुहानू कॉमूलेंट फंक्शन तो बनाना आ गया। तो जे कॉमूलेंट फंक्शन आपां नू ड्रा करन नू कह देण तो आपां किद्दां ड्रा करांगे तुहाडे कोल। ठीक है, सो मान लो तुहाडे कोल आ वैल्यूज़ हैं। ठीक है, माइनस इनफिनिटी तो, ठीक है, पहली वैल्यू सी 0, 0 नॉट इनकलूडड सीगा, क्योंकि पहली वैल्यू इन्हें तो आंसर 0 ही देना, ये तो साडे लई इररेलेवेंट है। पहली वैल्यू तो साडे लई इररेलेवेंट है, क्योंकि उन्हें वो कितने क्वेश्चन च नहीं, माइनस इनफिनिटी तो x 0 तो छोटा। सो ये वाली होगी। दूसरे केस विच आपां ने की लिया, x लाइज बिटवीन 0 to 1, 0 इनकलूड की है जी। ठीक है, 0 तो 1, तो ये सामने आंसर की आया सी, आंसर आया सी 1/4। ਇਹਦਾ मतलब अगर मैं इनू 1/4 दे इंटरवल लै ला, तो हुण तुसी देखो मेरा आंसर आया 1/4 जदों मैं 0 तो 1 दे विच हाँ। ठीक है, 0 इनकलूड करनी है। ठीक है, जदों मैं 0 तो 1 दे विच हाँ तुहाडे कोल, तो मेरा आंसर 1 आया। तो इसका मतलब क्या होया, आंसर मेरा आ है 1। ठीक है जी, तो x की वैल्यू की है, 0 इनकलूड करनी है, तो 0 गाली कर लो, हेठों नहीं गाली होएगी, हाइट ते जाके गाली होएगी। जदों फंक्शन की वैल्यू 1/4 है तो उदों थोड़ा हो गया। ठीक है, 1 नहीं इनकलूडड हैगा, 1 उरे ओपन रहेगा।
सो ਇਹਦਾ मतलब ਕੀ ਹੋ ਗਿਆ 0 ਤੋਂ 1 0 ਤੋਂ 1 1 नहीं लेना 1 नहीं लेना ਉਹਦੇ ਤੇ ਹਾਈਟ ਕਿੰਨੀ ਹੈ 1/4। ਹੁਣ ਅਗਲਾ ਸਟੈਪ x ਲਾਈਜ਼ ਬਿਟਵੀਨ 1 ਤੋਂ 2। ਹੁਣ 1 ਇਨਕਲੂਡ ਕਰਨਾ ਹੈ ਥੋੜੀ ਉਰੇ ਕਾਲਾ ਕਰ ਲਓ। ਹਾਈਟ ਦੇਖੋ ਪਹਿਲਾਂ 1/4 ਤੇ 2/4 ਅਸਲ 'ਚ ਆ ਗਈ 3/4। तो 3/4 ਤੁਹਾਨੂੰ ਜੰਪ ਮਿਲ ਗਿਆ ਹੈ ਨਾ। ਸੋ 1/4 ਤਾਂ ਆਲਰੇਡੀ ਸੀਗੀ, ਉਹਨੂੰ 1/2 ਦਾ ਜੰਪ ਮਿਲਿਆ। ਸੋ 3/4 ਤੁਹਾਡੀ ਉਰੇ ਆਈ ਹੈ। 3/4 ਤੁਹਾਡੀ ਹਾਈਟ ਹੋ ਗਈ। ਇਹਦਾ ਮਤਲਬ ਹਾਈਟ 'ਤੇ ਤਾਂ ਤੁਹਾਡਾ ਬਣਨਾ ਹੀ ਬਣਨਾ। ਗ੍ਰੇਟੈਸਟ ਇੰਟੀਜਰ ਫੰਕਸ਼ਨ ਦਾ ਗ੍ਰਾਫ ਇੱਦਾਂ ਹੀ ਬਣਦਾ ਹੁੰਦਾ ਸੀ, ਸਿਰਫ ਇਹ 'ਚ ਸਿਮੈਟਰੀ ਨਹੀਂ ਹੈਗਾ ਉਹਦੀ, ਉਹ ਹਰ ਵੈਲਿਊ ਲੈਂਦੇ ਸੀ ਆਪਾਂ। ਤਾਂ 1 ਤੋਂ 2 ਤੱਕ ਜਿਹੜਾ ਹੈਗਾ ਤੁਹਾਡਾ 1 ਇਨਕਲੂਡਡ ਹੈ, 2 ਨਹੀਂ ਹੈਗਾ। ਇਹਦਾ ਮਤਲਬ 1 ਨੂੰ ਤੁਸੀਂ ਜਿਹੜਾ ਹੈਗਾ ਉਹ ਲੈਣਾ ਹੈ, ਪਰ ਕਿਆ 1 ਇੱਥੇ ਗੱਲ ਕਰਨ ਨਾ ਇਸ ਹਾਈਟ 'ਤੇ। ਸੋ ਇੱਥੇ ਜਾ ਕੇ ਆ ਤੈਨੂੰ ਆਹ ਨੈਕਸਟ ਸਟੈਪ 'ਚ ਆਹ ਜੰਪ ਮਿਲਿਆ, ਕਿਉਂਕਿ ਆਹ ਟਰਮ ਐਕਸਟਰਾ ਆਈ ਸੀ। ਠੀਕ ਹੈ ਜੀ, ਇੱਥੇ ਓਪਨ ਹੀ ਰਹਿ ਜਾਏਗਾ ਕਿਉਂਕਿ ਮੈਂ 2 ਨੂੰ ਇੰਕਲੂਡ ਨਹੀਂ ਕੀਤਾ ਸੀਗਾ। ਸੋ ਇੱਥੇ 1 ਹੈ, ਇੱਥੇ 2 ਹੈ। ਠੀਕ ਹੈ ਜੀ, ਹੁਣ ਅੱਗੇ ਆਊਗਾ 3। तो x लाइज बिटवीन 2 ਨੂੰ ਲੈਣਾ ਹੈ, 3 ਨੂੰ ਨਹੀਂ ਲੈਣਾ। ਠੀਕ ਹੈ ਨਾ, ਅਗਲਾ ਸਟੈਪ ਹੈ ਜਿਹੜਾ 2 ਨੂੰ ਲੈਣਾ। 2 ਤੱਕ ਦਾ ਕੁਐਸਚਨ ਹੈਗਾ ਹੀ ਹੈਗਾ। ਸੋ ਇਹਦੇ ਵਿੱਚ 1/4 2/4 ਜਮਾ ਲਾਸਟ ਵਾਲੀ ਫਿਰ 1/4। ਸੋ ਇਹ 1 ਹੁੰਦਾ। ਤਾਂ 1 ਹੁੰਦਾ, ਇਹਦਾ ਮਤਲਬ 2 ਤੋਂ 3 2 ਤੁਸੀਂ ਲੈਣਾ ਹੈ। ਜਦੋਂ 2 ਲੈਣਾ ਹੈ ਤਾਂ ਉਰੇ ਕਾਲਾ ਹੋ ਜਾਊਗਾ। ਠੀਕ ਹੈ ਜੀ, ਸੋ ਇੱਥੋਂ ਤੁਸੀਂ ਇੱਥੇ ਤੱਕ 3 ਤੱਕ ਜਾਣਾ। 3 ਨਹੀਂ ਤੁਸੀਂ ਲੈ ਸਕਦੇ ਹੈਗੇ ਕਿਉਂਕਿ 3 ਕੁਐਸਚਨ 'ਚ ਨਹੀਂ ਹੈ। 3 ਤੁਹਾਡਾ ਓਪਨ ਹੈ। ਅਤੇ ਤੁਹਾਡੀ ਹਾਈਟ ਉਸ ਟਾਈਮ ਕਿੰਨੀ ਆ ਗਈ ਤੁਹਾਡੇ ਕੋਲ? ਹਾਈਟ ਤੁਹਾਡੇ ਕੋਲ ਆ ਗਈ। ਅਤੇ ਜੰਪ ਕਿੰਨੇ ਦਾ ਹੋਇਆ ਉਰੇ? ਪਹਿਲਾਂ 1/2 ਆਈ ਸੀ, ਹੁਣ ਆ 1/4 ਦਾ ਜੰਪ ਆਇਆ। ਸੋ ਇਸ ਤਰ੍ਹਾਂ ਤੁਹਾਡਾ ਜਿਹੜਾ ਕੰਪੋਨੈਂਟ ਫੰਕਸ਼ਨ ਹੈ ਤੁਹਾਡੇ ਕੋਲ, ਇਹਦਾ ਜਿਹੜਾ ਹੈਗਾ ਤੁਹਾਡੇ ਕੋਲ ਗ੍ਰਾਫ ਬਣਦਾ ਹੈਗਾ ਤੁਹਾਡੇ ਕੋਲ। ਠੀਕ ਹੋ ਗਿਆ ਜੀ। ਸੋ ਮੇਰਾ ਖਿਆਲ ਹੈ ਜੀ, ਮਤਲਬ ਜਿੰਨੀ ਡਿਟੇਲ 'ਚ ਸਮਝਾਇਆ ਹੈਗਾ ਤੁਹਾਡੇ ਕੋਲ ਵੀ ਇੱਕ ਚੀਜ਼ ਤੁਹਾਨੂੰ ਸਮਝ ਆ ਜਾਏਗੀ, ਕਿਉਂਕਿ ਜਿਹੜਾ ਹੈਗਾ ਲੈਕਚਰ ਪੈਰਲਲ ਹੀ ਚੱਲ ਰਹੀ ਹੈ ਨਾ। ਵਿੱਚੇ ਪ੍ਰੋਬੇਬਿਲਿਟੀ ਦਾ ਲੈਕਚਰ 12th ਦਾ ਸਿਲੇਬਸ ਵੀ ਹੈ, ਉਹ ਤੁਹਾਨੂੰ ਦੇ ਦਿੰਦਾ। ਤਾਂ ABC ਪਾ ਕੇ ਤੁਹਾਡੇ ਕੋਲ ਜਿਹੜਾ ਹੈਗਾ ਤੁਹਾਡੇ ਐਕਸਟਰਾ ਕੁਐਸਚਨ ਵੀ ਵਿੱਚ ਆਪਾਂ ਇਨਕਲੂਡ ਕਰ ਰਹੇ ਹਾਂ। ਠੀਕ ਹੈ ਜੀ। ਸੋ ਜਿਹੜੀ ਮੈਂ ਇੱਕ ਚੀਜ਼ ਦੇਖੀ ਹੈਗੀ ਆ ਤੁਹਾਡੇ ਕੋਲ, ਉਹ ਇਹ ਹੈ ਵੀ ਤੁਹਾਡੀ ਜਿਹੜੀ ਪ੍ਰਸਾਈਜ਼ ਹੈ ਉਸ 'ਚ ਥੋੜ੍ਹੀ ਜਿਹੀ ਗੜਬੜ ਹੈ ਡੈਫੀਨੇਸ਼ਨਸ ਦੀ। तो इस करके थोड़ा जा ख्याल रखियो, क्योंकि बाद तुसी मेरे ना कंट्राडिक्शन करो कि सर हमारी बुक में ऐसे दिया है। तो यदा थोड़ा जा ख्याल रखियो। वो डेंसिटी फंक्शन नहीं लिखी जाता तुहाडे को, डिस्क्रीट नूं भी लिखो, डेंसिटी खुश होकर लिखो, मैं भी लिखूँगा, पर कंटीन्यूज नूं लिखो ना। जो तुसी टैंपरेरी उन्होंने लिखी जाते हो तो वह तो गड़बड़ हो जूगी ना सारी तुहाडे को। ठीक है जी। सो मैं एक क्वेश्चन लैना जी तुहाडे पास, आपां देखते हैं उहदे विच बई वो किस तरह का क्वेश्चन है तुहाडे पास। ठीक है, मतलब सीधी जी गल है, जदों डिस्क्रीट वेरीएबल आएगा तो तुसी एक चीज़ का ख्याल रखना है। वो की ख्याल है तुहाडे कोल बई तुसी और आ जी थोड़ी जंप मिल रही है ना थोनू, ये बिल्कुल ग्रेटेस्ट इंटीजर टाइप ग्राफ है। हाँ, इत्थे कॉन्सटेंट नहीं ऐड हो रही, तो जंप दे विच फर्क आ रहा। सो इसदा मतलब ग्रेटेस्ट इंटीजर भी सानू बड़ा ठीक ठाक इन्हां चीज़ों च रोल प्ले करेगा। बैक साइड थोनू खाली मिल रही है, इन्हां दी पहली साइड भरी हुई है। और तुसी इत्थे देखो पहलियां ही इक्वल है, बैक साइड सब दी खाली है, बैक साइड सब दी खाली है। ठीक हो गया जी। सो आपां जिहड़ा हैगा तुहाडे कोल एक माड़ा जिहा हिंट होर ले लईए, क्वेश्चन होर देख लीए जी माड़ा जिहा तुहाडे कोल। ते वो बड़ा सौखा जिहा क्वेश्चन है। वो कहंदा एफ जिहड़ा हैगा तुहाडे कोल जिहड़ा हैगा एफ(x) जिहड़ा है वो PMF ऑफ डिस्क्रीट वेरीएबल है। ਹੁਣ ਮੇਰੀ ਗੱਲ ਸੁਣੋ, ਜਦੋਂ ने PMF कहता तो डिस्क्रीट वेरीएबल की तो लोड़ ही नहीं पैंदी। विच अज्यूम वैल्यूज़ x1 x2 x3 x4 चार वैल्यूज़ अज्यूम करता सच दैट 2 टाइम्स f of x1 इज इक्वल टू 3 टाइम्स f of x2 इज इक्वल टू f of x3 इज इक्वल टू 5 टाइम्स f of x4। ये दिता हुआ फाइंड PDF। सो फाइंड PDF। ठीक है, मतलब प्रोबेबिलिटी डिस्ट्रीब्यूशन फंक्शन, नॉट डेंसिटी, प्रोबेबिलिटी डिस्ट्रीब्यूशन फंक्शन। सो प्रोबेबिलिटी डिस्ट्रीब्यूशन है, प्रोबेबिलिटी डिस्ट्रीब्यूशन का फंक्शन है, मतलब आमने सामने लिख के दिखाओ। आ कैपिटल X होंगे, ये सामने x1 x2 x3 तो x4,
ਇਹਦੇ ਸਾਹਮਣੇ P1 ਹੁੰਦੀ ਹੈ ਜਿਹਨੂੰ f of x1 ਕਹਿੰਦੇ ਆ, P2 ਹੁੰਦੀ ਹੈ ਉਹਨੂੰ f of x2 ਕਹਿੰਦੇ ਨੇ, P3 ਹੁੰਦੀ ਹੈ ਉਹਨੂੰ f of x3 ਕਹਿੰਦੇ ਨੇ, P4 ਹੁੰਦੀ ਹੈ ਉਹਨੂੰ f of x4 ਕਹਿੰਦੇ ਨੇ। ਬਸ ਆਹ ਚੀਜ਼ ਲਿਖ ਕੇ ਦਿਖਾਣੀ ਹੈ। ਬੰਦਾ ਕਹਿੰਦਾ ਹੁਣ ਤੁਸੀਂ ਲਿਖ ਤਾਂ ਦਿੱਤੀ, ਹਾਂਜੀ ਸਿਰਫ ਇੱਕ ਵੈਲਿਊ ਦੇ ਦਿਓ ਪ੍ਰੋਬੇਬਿਲਿਟੀ ਦੀ, ਇਹਨਾਂ ਨੂੰ ਵੈਲਿਊ ਦੇ ਦਿਓ ਪ੍ਰੋਬੇਬਿਲਿਟੀ ਦੀ, ਕੁਐਸਚਨ ਤਾਂ ਲਿਖਿਆ ਗਿਆ। ਸੋ ਵਰਡ ਬਿਲਕੁਲ ਧਿਆਨ ਨਾਲ ਚੂਜ਼ ਕਰਨੇ ਨੇ, ਪ੍ਰੋਬੇਬਿਲਿਟੀ ਡਿਸਟ੍ਰੀਬਿਊਸ਼ਨ ਫੰਕਸ਼ਨ, ਠੀਕ ਹੈ। ਇਹਨੂੰ ਪ੍ਰੋਬੇਬਿਲਿਟੀ ਡਿਸਟ੍ਰੀਬਿਊਸ਼ਨ ਫੰਕਸ਼ਨ ਨੂੰ ਨਾ ਸ਼ਾਰਟਕਟ 'ਚ ਨਾ ਲਿਖਣਾ, BSc 'ਚ +2 ਚੱਲ ਜਾਂਦਾ, +2 ਡੈਂਸਿਟੀ ਫੰਕਸ਼ਨ ਆਉਣਾ ਹੀ ਨਹੀਂ ਕਦੇ। PDF ਪ੍ਰੋਬੇਬਿਲਿਟੀ ਡਿਸਟ੍ਰੀਬਿਊਸ਼ਨ ਫੰਕਸ਼ਨ +2 'ਚ ਲਿਖੀ ਜਾਵਾਂ ਤਾਂ ਕੋਈ ਚੱਕਰ ਨਹੀਂ, ਜਿਹੜਾ ਲੈਕਚਰ +2 ਲਈ ਬਣਾਇਆ ਹੈਗਾ ਉਹ 'ਚ ਮੈਂ PDF ਨੂੰ ਪ੍ਰੋਬੇਬਿਲਿਟੀ ਡਿਸਟ੍ਰੀਬਿਊਸ਼ਨ ਕਹੀ ਜਾਵਾਂ, ਕੋਈ ਦਿੱਕਤ ਨਹੀਂ। ਬਟ ਜਦੋਂ ਆਪਾਂ ਪਹੁੰਚ ਗਏ BSc ਦੇ ਵਿੱਚ, BSc 'ਚ ਕਿਉਂਕਿ PDF ਪ੍ਰੋਬੇਬਿਲਿਟੀ ਡੈਂਸਿਟੀ ਫੰਕਸ਼ਨ ਹੁੰਦਾ, ਇਸ ਕਰਕੇ ਤੁਸੀਂ PDF ਸ਼ਾਰਟ 'ਚ ਲਿਖਣਾ ਹੀ ਨਾ PMF। ਸੋ ਮੇਰਾ ਖਿਆਲ ਹੈ ਜੀ PDF ਤੇ PMF ਦੇ ਵਿੱਚ ਆਪਾਂ ਨੂੰ ਠੀਕ ਠਾਕ ਕਲੈਰਿਟੀ ਹੋਗੀ। ਹੁਣ ਜਦੋਂ ਠੀਕ ਠਾਕ ਕਲੈਰਿਟੀ ਹੋਗੀ, ਆਪਾਂ ਨੂੰ ਰੂਲ ਵੀ ਪਤਾ ਹੈ। ਰੂਲ ਇਹ ਪਤਾ ਹੈ ਕਿ ਸਮੇਸ਼ਨ ਜਿਹੜੀ PI ਹੁੰਦੀ ਹੈ ਉਹ 0 ਹੁੰਦੀ ਹੈ, ਸੌਰੀ 1, ਸਮੇਸ਼ਨ PI 1 ਹੁੰਦੀ ਹੈ। ਸਮੇਸ਼ਨ PI ਦਾ ਮਤਲਬ ਹੈ ਸਾਰੇ ਫੰਕਸ਼ਨਸ ਦਾ ਜੋੜ ਜਿਹੜਾ ਹੈਗਾ, ਜੇ ਫੰਕਸ਼ਨ ਦੀ ਟਰਮ 'ਚ ਲਵਾਂਗੇ, ਅਗਲਾ ਫੰਕਸ਼ਨ ਕਹਿੰਦਾ ਫੰਕਸ਼ਨ ਲੈ ਲਓ x4, ਇਹ ਜਿਹੜਾ ਹੈਗਾ 1 ਹੋਏਗਾ। ਹੁਣ f of x1 ਜਿਹੜਾ ਹੈ ਉਹਨੂੰ f of x1 ਹੀ ਰੱਖੀਏ ਤਾਂ ਇਹ f of x2 x1 'ਚ ਆ ਸਕਦਾ ਹੈ। ਹਾਂ, f of x1 ਨੂੰ f of x1 ਹੀ ਰੱਖਦਾ। 2 ਦੀ ਵੈਲਿਊ x1 'ਚ ਦੇਖੋਗੇ 2/3 of f of x1, ਠੀਕ ਹੈ ਜੀ। ਇਹ ਵੀ ਬੜੇ ਆਰਾਮ ਨਾਲ ਹੋਗੀ। f3 ਦੀ ਸਿੱਧੀ ਉਹ 2 ਟਾਈਮਸ ਕਹਿ ਦੇਣਾ, f ਇੱਕ 'ਚ ਲਿਆਓ ਨਾ ਸਿੰਗਲ 'ਚ, ਠੀਕ ਹੈ। f ਇਹ ਆ ਗਿਆ 2/5, 2/5 of f x1 ਇਜ਼ ਇਕੁਅਲ ਟੂ 1, ਠੀਕ ਹੈ ਜੀ। ਅਤੇ ਜੇ ਹੁਣ ਤੁਸੀਂ ਇੱਥੇ ਜੋੜ ਦਿਓ ਇਹਨਾਂ ਸਾਰਿਆਂ ਨੂੰ ਤੁਹਾਡੇ ਕੋਲ, ਅਤੇ ਜੇ f of x1 ਨੂੰ ਨਾ ਹੀ ਵਰਤੀਏ, 1 ਜਮ੍ਹਾਂ 2/3 ਜਮ੍ਹਾਂ 2 ਜਮ੍ਹਾਂ 2/5 ਇਜ਼ ਇਕੁਅਲ ਟੂ 1, f of x1 ਕਿੰਨਾ LCM ਆ ਗਿਆ 15, ਠੀਕ ਹੈ ਜੀ। ਸੋ 15 LCM ਲਓਗੇ ਤਾਂ ਪਹਿਲਾਂ ਤਾਂ 15 ਹੀ ਆ ਜਾਏਗਾ, ਫਿਰ ਦੂਜਾ 10 ਆ ਜਾਏਗਾ, ਤੀਜਾ 15 ਦੂਣਾ 30 ਆ ਜਾਏਗਾ, 3 ਦੂਣੀ 6 ਆ ਜਾਏਗਾ। ਸੋ 30 10 40, 40 15 55, 6 61, तो f of x1 ਦੀ ਵੈਲਿਊ ਆ ਗਈ 15/61, तो 15/61 ਤੁਹਾਡੀ ਵੈਲਿਊ ਆ ਗਈ। तो फिर पंगा कहता है, ਹੁਣ ਤਾਂ ਸਾਰੇ ਨਿਕਲ ਗਏ, ਇਹ 15/61 ਆ ਜਾਏਗਾ। दूसरा हैगा f of x1, f of x2 ਦੀ ਵੈਲਿਊ ਕੀ ਹੈ 2/3 ਟਾਈਮਸ 15/61, ਬਣਾ ਲਓਗੇ ਨਾ 2/3 15/61। ਅਗਲੀ ਐਵੇਂ ਸਾਰੀਆਂ ਐਡ ਕਰਕੇ ਦੇਖ ਲੈਣਾ, 1 ਜੇ ਆ ਗਈ ਤਾਂ ਤੁਹਾਡਾ ਕੁਐਸਚਨ ਠੀਕ ਹੈ, ਜੇ ਨਹੀਂ ਆਈ ਤਾਂ ਗਲਤ ਹੈ। ਸੋ ਮੇਰਾ ਖਿਆਲ ਹੈ ਜੀ ਇਹਦੇ ਨਾਲ ਤੁਹਾਨੂੰ PMF ਤੇ PDF ਤੇ ਕੋਮੋਲੈਂਟ ਡਿਸਟ੍ਰੀਬਿਊਸ਼ਨ ਫੰਕਸ਼ਨ ਇਹ ਚੀਜ਼ਾਂ ਕਲੀਅਰ ਹੋ ਗਈਆਂ। ਬਾਕੀ ਨੈਕਸਟ ਲੈਕਚਰ ਦੇਖਦੇ ਹਾਂ। ਥੈਂਕ ਯੂ।